कहंदा हस के खान मलेरी, खाना मत मारी गई तेरी। राती करके गुरु दलेरी, सानू गया ललकारदा। टिड्डी दल नू पाप लेखा, सतगुर निकल गया ललकारे मारदा। ए ना सीस गुरां दा जापे, हो जुजार दिना तक आपे। कर जू होर झगड़े से आपे, लग जू पता दरेश दा। खाना तेनू पैन भुलेखे सतगुर दे, कलगी तोड़ा तक दशमेश दा। अद्धी राती उस ललकारिया, ओ जे गुरु गोबिंद सिंह जारिया। उच्ची सुर विच उस उचारिया ना, लैके करतार दा। टिड्डी दल नू पाप लेखा, सतगुर निकल गया ललकारे मारदा। कलगी सिख दे सिर सजा गया, सानू विच भुलेखे पा गया। नीतिवान आपदा ला गया है सिख उस दे फेस दा। खाना तेनू पैन भुलेखे सतगुर दे, कलगी तोड़ा तक दशमेश दा। उसने मूर्ख फौज बनाती, तुर गया आप ठोक के छाती। उसने मूर्ख फौज बनाती, तुर गया आप ठोक के छाती। जरा वेखो मार के छाती, सिर है सिख सरदार दा। टिड्डी दल नू पाप लेखा, सतगुर निकल गया ललकारे मारदा। नीतिवान निकलिया पूरा, सानू कर गया बेदस्तूरा। साडा रह गया काम अधूरा, रह गया दुख हमेश दा। खाना तेनू पैन भुलेखे सतगुर दे, कलगी तोड़ा तक दशमेश दा। दिल्ली सीस न लैके जावी, बिपता होर न सिर उठावी। दिल्ली सीस न लैके जावी, बिपता सिर न होर उठावी। गुरनी किसे तो हारदा, टिड्डी दल नू पाप लेखा। सतगुर निकल गया ललकारे मारदा। मुट्ठी पर सिंगां दा जत्था, 10 लाख नाल लगा गया मत्था। अनक वंगार गया सिर लथा, नहीं कोई सानी है सदा। खाना तेनू पैन भुलेखे सतगुर दे, कलगी तोड़ा तक दशमेश दा। कलगी तोड़ा तक दशमेश दा। कलगी तोड़ा तक दशमेश दा। वाहेगुरु जी का खालसा, वाहेगुरु जी की फतेह। वेला गया दादीए जुदाई दा, असां अज मुड़ के आउणा नहीं। तेनू दसीए किवें की होना ए, तेरी अखियां नू असीं रुलाउणा नहीं। तेरी अखियां नू असीं रुलाउणा नहीं। पुत्र विछड़िया तुसी भी चले, निर्दयिया दे हाथ चढ़ चले। मैं भी तोड़े मगरे आवा, बस हुण मैं भी सचखंड जावा। वेला आ गया है दादी तो जुदाई दा, असां अज मुड़ के आउणा नहीं। तेनू दसीए किवें की होना ए, तेरी अखियां नू असीं रुलाउणा नहीं। तेरी अखियां नू असीं रुलाउणा नहीं। देखांगी ना फिर रूहां ने यारियां, रज के निहार ला मैं सूरतां प्यारियां। प्यारे प्यारे सिरा उत्ते कलगी सजा दिया, तोरण तो पहला तोनू लाड़ा बना दिया। लाड़ा बना दिया। वेला आ गया है दादी जुदाई दा, असां अज मुड़ के आउणा नहीं। तेनू दसीए किवें की होना ए, तेरी अखियां नू असीं रुलाउणा नहीं। तेरी अखियां नू
ਦਾਦੀਏ ਸਾਡੇ ਲਈ ਕਿਉਂ ਹੋਰ ਨਹੀਂ ਡਾਲੇ, ਤੇਰੀ ਸਿੱਖਿਆ ਤੇ ਉਤਰੇ ਤੇਰੇ ਲਾਲੇ, ਕਰਕੇ ਸਿਰਾਂ ਦੀ ਪੇੜਾ ਰੱਬੀ ਤੇ ਆਨ ਕਰੀਏ, ਦਾਦੇ ਪਿਤਾ ਦਾ ਨਾਂ ਰੋਸ਼ਨ ਜਹਾਨ ਕਰੀਏ, ਰੋਸ਼ਨ ਜਹਾਨ ਕਰੀਏ। ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ, ਅਸਾਂ ਮੁੜ ਕੇ ਆਉਣਾ ਨਹੀਂ, ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ, ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ, ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ, ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਤਿਆਂ ਨੂੰ ਸੀਨੇ ਨਾਲ ਲਾ ਕੇ ਕੁੱਟ ਕੇ ਮੁੱਖ ਚੋਂ ਪੁਕਾਰਦੀ, ਹੀਰੇ ਆਵੇ ਸੁਣ ਲਵ ਮੇਰੀ ਸਿੱਖਿਆ ਅੱਜ ਜਾਂਦੀ ਵਾਰ ਦੀ, ਹੀਰੇ ਆਵੇ ਸੁਣ ਲਵ ਮੇਰੀ ਸਿੱਖਿਆ ਅੱਜ ਜਾਂਦੀ ਵਾਰ ਦੀ। ਵਾਰ ਦੇ ਧਰਮ ਦੇ ਲਈ ਜਿੰਦੜੀ ਮੇਰੇ ਲਾਲ ਪੋਲਿਆ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਡੋਲਿਆ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਡੋਲਿਆ। ਬੜਾ ਹੀ ਤੁਹਾਨੂੰ ਜ਼ਾਲਮ ਡਰਾਉਣਗੇ ਜਰਾ ਵੀ ਨਾ ਡਰਿਓ, ਚੁੱਕ ਕੇ ਵੀ ਤੁਸੀਂ ਸੂਬੇ ਸਰਹੰਦ ਨੂੰ ਨਾ ਸਲਾਮ ਕਰਿਓ, ਚੁੱਕ ਕੇ ਵੀ ਤੁਸੀਂ ਸੂਬੇ ਸਰਹੰਦ ਨੂੰ ਨਾ ਸਲਾਮ ਕਰਿਓ। ਸਤਨਾਮ ਵਾਹਿਗੁਰੂ ਤੁਸੀਂ ਆਪਣੇ ਮੁਖ ਵਿੱਚ ਬੋਲਿਓ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਡੋਲਿਓ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਡੋਲਿਓ। ਜਾਪਦੀ ਨਾ ਅੱਜ ਮੈਨੂੰ ਕਹਿ ਰਹੀ ਰਿਓ ਮੇਰਾ ਮੱਥਾ ਠਣ ਕੇ, ਸ਼ੇਰਾਂ ਵਾਂਗੂ ਖੜੇ ਹੋ ਕਚਹਿਰੀ ਵਿੱਚ ਵੀ ਤੁਸੀਂ ਇੱਕ ਤਨ ਕੇ, ਸ਼ੇਰਾਂ ਵਾਂਗੂ ਖੜੇ ਹੋ ਕਚਹਿਰੀ ਵਿੱਚ ਵੀ ਤੁਸੀਂ ਇੱਕ ਤਨ ਕੇ। ਸੱਚਾ ਸੁੱਚਾ ਖੂਨ ਦੇਸ਼ ਕੌਮ ਵਾਸਤੇ ਧਰਤੀ ਤੇ ਡੋਲਿਓ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਡੋਲਿਓ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਡੋਲਿਓ। ਵਾਰ ਵਾਰ ਦੇਵਾ ਜੋ ਤੁਹਾਨੂੰ ਸਿੱਖਿਆ ਮਨ ਚੋਂ ਭੁਲਾਇਓ ਨਾ, ਪਾਪੀ ਤੁਹਾਨੂੰ ਲਾਲਚ ਬਥੇਰੇ ਦੇਣਗੇ ਲਾਲਚਾਂ 'ਚ ਆਇਓ ਨਾ, ਪਾਪੀ ਤੁਹਾਨੂੰ ਲਾਲਚ ਬਥੇਰੇ ਦੇਣਗੇ ਲਾਲਚਾਂ 'ਚ ਆਇਓ ਨਾ। ਜ਼ਾਲਮਾਂ ਦੇ ਜਾਲ ਵਿੱਚ ਜਾਇਓ ਫਸਣਾ ਪੁੱਤਰ ਹੋਵੇ ਮੇਰਿਓ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਹਾਰਿਓ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਹਾਰਿਓ। ਵੱਖਰੀ ਦੁਨੀਆ ਦੇ ਵਿੱਚ ਮਰਨੀ ਮਾਰ ਕੇ ਵਿਖਾ ਦਿਓ, ਚਾਨੇ ਅਤੇ ਤਾਰਿਆਂ ਦੇ ਵਾਂਗ ਸਿੱਖੀ ਦੀ ਸ਼ਾਨ ਚਮਕਾ ਦਿਓ, ਚਾਨੇ ਅਤੇ ਤਾਰਿਆਂ ਦੇ ਵਾਂਗ ਸਿੱਖੀ ਦੀ ਸ਼ਾਨ ਚਮਕਾ ਦਿਓ। ਦਾਦੇ ਅਤੇ ਪਿਤਾ ਵਾਲੇ ਰਾਹ ਚੱਲ ਕੇ ਤੁਸੀਂ ਜਿੰਦ ਵਾਰਿਓ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਹਾਰਿਓ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਹਾਰਿਓ, ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਹਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਤਿਆਂ ਨੂੰ ਆਖਦੀ ਹੈ ਮਾਤਾ ਗੁਜਰੀ ਸਿਦਕੋਂ ਨਾ ਹਾਰਿਓ। ਇਸ ਕਵੀਸ਼ਰੀ ਨੂੰ ਸਾਂਝੀ ਕਰਨ ਦਾ ਇੱਕ ਮਕਸਦ ਇਹ ਵੀ ਹੈ ਕਿ ਜਿਸ ਤਰ੍ਹਾਂ ਮਾਤਾ ਗੁਜਰੀ ਜੀ ਨੇ ਆਪਣੇ ਪੋਤਿਆਂ ਨੂੰ ਤਿਆਰ ਕੀਤਾ, ਕਿ ਅਸੀਂ ਆਪਣੇ ਪੁੱਤਰਾਂ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਇਸ ਤਰ੍ਹਾਂ ਤਿਆਰ ਕਰ ਰਹੇ ਹਾਂ ਜਾਂ ਕਰ ਪਾ ਰਹੇ ਹਾਂ ਕਿ ਨਹੀਂ। ਜੇ ਕਰ ਰਹੇ ਹਾਂ ਤੇ ਸ਼ਾਬਾਸ਼ ਹੈ ਸਾਡੇ ਲਈ, ਜੇ ਨਹੀਂ ਕਰ ਰਹੇ ਤੇ ਜ਼ਰੂਰ ਸੋਚੀਏ ਕਿ ਅਸੀਂ ਕਿਉਂ ਨਹੀਂ ਕਰ ਪਾ ਰਹੇ, ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਸਕੀਏ। ਸਾਣ ਕੀ ਸਾਰਾਂ ਜਥਿਆ ਕਾਣ ਲਿਆ ਤਨ ਝਾੜ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਬਰੈ, ਨਾਨਕ ਅਜਬ ਡੇਠ।
ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡੇਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਹਫ਼ਤਾਵਾਰੀ ਇਹਨਾਂ ਗੁਰਮਤ ਸਮਾਗਮਾਂ ਵਿੱਚ ਚੌਥੇ ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਰਲ ਕੇ ਗੁਰੂ ਦਰਬਾਰ ਅੰਦਰ ਸੱਜ ਕੇ ਬੈਠੇ ਹਾਂ ਅਤੇ ਹਰ ਰੋਜ਼ ਦੀ ਤਰ੍ਹਾਂ ਸਾਹਿਬਜ਼ਾਦਿਆਂ ਦੇ ਕਲਗੀਧਰ ਪਾਤਸ਼ਾਹ ਜੀ ਦੇ ਮਾਤਾ ਗੁਜਰ ਕੌਰ ਦੇ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦੇ ਇਤਿਹਾਸ ਨੂੰ ਹਰ ਰੋਜ਼ ਪੜਾਅ ਦਰ ਪੜਾਅ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ। ਤੁਸੀਂ ਸਾਰੇ ਹੀ ਸਫ਼ਰ-ਏ ਸ਼ਹਾਦਤ ਦੇ ਕਾਫਲੇ ਦੇ ਨਾਲ ਹਰ ਰੋਜ਼ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਆਪਣੀਆਂ ਮਨ ਬਿਰਤੀਆਂ ਨੂੰ ਇਤਿਹਾਸ ਦੇ ਉਹਨਾਂ ਪੰਨਿਆਂ ਤੱਕ ਲਿਜਾਣ ਦਾ ਯਤਨ ਕਰਦੇ ਹੋ। ਇਹ ਜਿਹੜੇ ਦਿਨ ਸਾਡੇ ਇਤਿਹਾਸ ਵਿੱਚ ਚੱਲ ਰਹੇ ਨੇ, ਇਹ ਵਾਕਿਆ ਹੀ ਬੜੇ ਮਹੱਤਵਪੂਰਨ ਨੇ। ਮੇਰੇ ਤੋਂ ਪਹਿਲਾਂ ਤੁਸੀਂ ਬੱਚਿਆਂ ਦੇ ਪਾਸੋਂ ਕਵਿਤਾਵਾਂ ਦੀ ਸਾਂਝ ਬਣਾਈ। ਬੱਚਿਆਂ ਨੇ ਸਾਹਿਬਜ਼ਾਦਿਆਂ ਦੇ ਪਰਥਾਏ ਕਵਿਤਾਵਾਂ ਆਪ ਸਰਬੱਤ ਸੰਗਤ ਨਾਲ ਸਾਂਝੀਆਂ ਕੀਤੀਆਂ। ਉਹਨਾਂ ਤੋਂ ਬਾਅਦ ਸਤਿਕਾਰਯੋਗ ਵੀਰ ਜੀ ਹੋਰਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸ ਚਮਕੌਰ ਦੀ ਗੜੀ ਦੇ ਦ੍ਰਿਸ਼ ਨੂੰ ਅਤੇ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਉਸ ਚਮਕੌਰ ਦੀ ਗੜੀ ਤੋਂ ਬਾਹਰ ਮਾਛੀਵਾੜੇ ਦੇ ਜੰਗਲ ਤੱਕ ਆਪਣਾ ਸਫ਼ਰ ਤੈਅ ਕਰਦੇ ਨੇ, ਉਸ ਸਾਰੇ ਸਫ਼ਰ ਨੂੰ ਬੜੇ ਭਾਵਪੂਰਤ ਸ਼ਬਦਾਂ ਦੇ ਵਿੱਚ ਬਿਆਨ ਕਰਨ ਦਾ ਯਤਨ ਕੀਤਾ ਹੈ। ਬਹੁਤ ਸਾਰੀਆਂ ਕਵਿਤਾਵਾਂ ਕਲਗੀਧਰ ਪਾਤਸ਼ਾਹ ਜੀ ਦੇ ਇਸ ਸਮੁੱਚੇ ਬਿਰਤਾਂਤ ਦੇ ਨਾਲ ਤੁਹਾਨੂੰ ਪੜ੍ਹਨ ਅਤੇ ਸੁਣਨ ਦੇ ਵਿੱਚ ਮਿਲ ਜਾਣਗੀਆਂ। ਅੱਜ ਜਿਸ ਦਿਨ ਨੂੰ ਮੁਖਾਤਬ ਹੋ ਕੇ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਦਰਬਾਰ ਅੰਦਰ ਬੈਠੇ ਹਾਂ, ਅੱਜ ਦਿਨ ਹੈ ਸਾਧ ਸੰਗਤ 9 ਪੋਹ ਦਾ। ਜਿਹੜਾ ਮੈਂ ਪਾਵਨ ਸ਼ਲੋਕ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਇਹ ਪਾਵਨ ਸ਼ਲੋਕ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ ਅਤੇ ਮਾਝ ਕੀ ਵਾਰ ਦੇ ਅੰਦਰ ਇਹ ਸ਼ਲੋਕ ਦਰਜ ਹੈ। ਬੜੀ ਕੀਮਤੀ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਲੋਕ ਵਿੱਚ ਸਾਡੇ ਨਾਲ ਸਾਂਝੀ ਕਰਦੇ ਨੇ। ਪਾਤਸ਼ਾਹ ਜੀ ਨੇ ਇੱਕ ਉਦਾਹਰਨ ਵਰਤੀ। ਮਹਾਰਾਜ ਕਹਿੰਦੇ ਜਾਂ ਪੱਕਾ ਤਾਂ ਕੱਟਿਆ। ਮੈਂ ਇਸ ਕਰਕੇ ਇਸ ਸ਼ਲੋਕ ਦੀ ਸਾਂਝ ਆਪ ਸਰਬੱਤ ਸੰਗਤ ਨਾਲ ਪਾਈ ਹੈ
ਕਿਉਂਕਿ ਅੱਜ ਦੇ ਸਾਡੇ ਇਸ ਵਿਸ਼ੇ ਨਾਲ ਇਸ ਸ਼ਲੋਕ ਦਾ ਬੜਾ ਗਹਿਰਾ ਸੰਬੰਧ ਹੈ। ਅਸੀਂ ਸਾਰੇ ਹੀ ਪਿੰਡਾਂ ਨਾਲ ਸੰਬੰਧਿਤ, ਖੇਤੀਬਾੜੀ ਦੇ ਕਿੱਤੇ ਨਾਲ ਸੰਬੰਧਿਤ ਬੈਠੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਉਦਾਹਰਨ ਵਰਤਦੇ ਨੇ। ਪਾਤਸ਼ਾਹ ਕਹਿੰਦੇ, ਜਾਂ ਪੱਕਾ ਤਾਂ ਕੱਟਿਆ। ਜਦੋਂ ਕਣਕ ਪੱਕ ਜਾਂਦੀ ਹੈ ਤੇ ਕਿਸਾਨ ਕੀ ਕਰਦਾ ਹੈ, ਉਸ ਕਣਕ ਨੂੰ ਕੱਟ ਲੈਂਦਾ ਹੈ। ਉਹਦੇ ਜਿਹੜੇ ਸਿੱਟੇ ਨੇ ਉੱਪਰੋਂ ਕੱਟ ਲਏ ਜਾਂਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸਮੁੱਚੇ ਬਿਰਤਾਂਤ ਨੂੰ ਬੜੇ ਗੌਰ ਨਾਲ, ਬੜੀ ਰੀਝ ਨਾਲ ਤੱਕਦੇ ਨੇ। ਉਸ ਸਾਰੇ ਬਿਰਤਾਂਤ ਵਿੱਚੋਂ ਇੱਕ ਮਨੁੱਖਾ ਜੀਵਨ ਦੀ ਐਗਜ਼ਾਮਪਲ ਸਾਡੇ ਸਾਹਮਣੇ ਸੈੱਟ ਕਰਦੇ ਨੇ ਵੀ ਮਨੁੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ, ਕਿਸਾਨ ਆਪਣੀ ਫਸਲ ਨੂੰ ਕੱਟਦਾ ਹੈ ਜਾਂ ਪੱਕਾ, ਜਦੋਂ ਪੱਕ ਜਾਂਦੀ ਹੈ ਤਾਂ ਕੱਟਿਆ। ਰਹੀ ਸੋ ਪੱਲਰ ਵਾੜ, ਉੱਪਰੋਂ ਸਿੱਟੇ ਕੱਟ ਲਏ ਜਾਂਦੇ ਨੇ। ਜਿਹੜਾ ਬਾਕੀ ਦਾ ਫੋਕ ਹੈ, ਜਿਹੜਾ ਬਾਕੀ ਦਾ ਨਾੜ ਹੈ, ਜਿਹੜੀਆਂ ਕਣਕ ਦੀਆਂ ਬਾਕੀ ਦੀਆਂ ਨਾਲੀਆਂ ਹੁੰਦੀਆਂ ਨੇ, ਉਹ ਖੇਤ ਵਿੱਚ ਉਦਾਂ ਹੀ ਛੱਡ ਦਿੱਤੀਆਂ ਜਾਂਦੀਆਂ ਨੇ। ਪਾਤਸ਼ਾਹ ਕਹਿੰਦੇ ਨੇ, ਸਾਣ ਕਿਸਾਰਾਂ ਚੱਥਿਆ, ਕਣ ਲਿਆ ਤਨ ਝਾੜ। ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਜੀ, ਅੱਜ ਕੱਲ ਤਾਂ ਸਾਰਾ ਹੀ ਮਸ਼ੀਨੀ ਯੁੱਗ ਹੈ। ਅੱਜ ਕੱਲ ਬਹੁਤਾ ਜਿਹੜਾ ਕੰਮ ਹੈ ਮਸ਼ੀਨਾਂ ਦੇ ਨਾਲ ਕੀਤਾ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਇਦਾਂ ਨਹੀਂ ਸੀ। ਸਿੱਟੇ ਕੱਢ ਲਏ ਜਾਂਦੇ ਸਨ ਤੇ ਉਹਨਾਂ ਦਾ ਇੱਕ ਬੜਾ ਵੱਡਾ ਬੋਝ ਲਾਇਆ ਜਾਂਦਾ ਸੀ। ਅੱਜ ਤੋਂ ਥੋੜਾ ਸਮਾਂ ਪਹਿਲਾਂ ਦੀਆਂ ਇਹ ਗੱਲਾਂ ਨੇ। ਉਹਨਾਂ ਸਾਰੇ ਸਿੱਟਿਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਲਿਆ ਜਾਂਦਾ ਸੀ। ਉਹਦੇ ਉੱਪਰ ਫਿਰ ਬਲਦਾਂ ਨੂੰ ਗਾਹਿਆ ਜਾਂਦਾ ਸੀ। ਜਿਹੜੇ ਦਾਣੇ ਸਨ ਥੱਲੇ ਰਹਿ ਜਾਂਦੇ ਸਨ ਤੇ ਜਿਹੜਾ ਉੱਪਰਲਾ ਫੋਕ ਸੀ ਉਹਨੂੰ ਸੁੱਟ ਦਿੱਤਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਾਣ ਕਿਸਾਰਾਂ ਚੱਥਿਆ, ਕਣ ਲਿਆ ਤਨ ਝਾੜ। ਤੇ ਉਹਦੇ ਵਿੱਚੋਂ ਜਿਹੜੇ ਦਾਣੇ ਨੇ ਉਹਨਾਂ ਨੂੰ ਕੱਢ ਲਿਆ ਜਾਂਦਾ ਹੈ। ਦਾਣੇ ਕੱਢਣ ਤੋਂ ਬਾਅਦ ਫੋਕ ਬਾਕੀ ਸੁੱਟ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਦਾਣਿਆਂ ਦਾ ਆਟਾ ਬਣਾਉਣਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸਮੁੱਚੇ ਬਿਰਤਾਂਤ ਨੂੰ ਗੌਰ ਨਾਲ ਤੱਕਦੇ ਨੇ ਤੇ ਅੱਗੇ ਲਿਖਦੇ ਨੇ, ਕਹਿੰਦੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ। ਹੁਣ ਚੱਕੀ ਹੈ, ਉਹਦੇ ਦੋ ਪੁੜ ਹੁੰਦੇ ਨੇ, ਉਹਨਾਂ ਦੇ ਵਿੱਚ ਦਾਣਿਆਂ ਨੂੰ ਪੀਸਿਆ ਜਾਂਦਾ ਹੈ। ਵਿਚਕਾਰ ਉਹਦੇ ਦਾਣੇ ਪਾਏ ਜਾਂਦੇ ਨੇ, ਉਹਨੂੰ ਘੁਮਾਇਆ ਜਾਂਦਾ ਹੈ। ਅੱਜ ਕੱਲ ਤਾਂ ਚੱਕੀਆਂ ਆ ਗਈਆਂ ਜਿਹੜੀਆਂ ਬਿਜਲੀ ਦੇ ਨਾਲ ਚੱਲਦੀਆਂ ਨੇ। ਪੁਰਾਣੇ ਸਮੇਂ ਅੰਦਰ ਇਦਾਂ ਨਹੀਂ ਸੀ। ਘਰ ਵਿੱਚ ਮਾਤਾਵਾਂ ਖੁਦ ਚੱਕੀ ਚਲਾ ਕੇ ਆਟਾ ਦਾਲਾਂ ਆਪ ਤਿਆਰ ਕਰਦੀਆਂ ਸਨ। ਮਹਾਰਾਜ ਕਹਿੰਦੇ ਨੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਾਰ ਰਹੇ ਸੋਬਰੈ। ਜਿਹੜੇ ਦਾਣੇ ਚੱਕੀ ਦੇ ਦੋਵਾਂ ਪੁੜਾਂ ਦੇ ਵਿੱਚ ਆ ਗਏ, ਉਹ ਪੀਸੇ ਗਏ ਤੇ ਉਹਨਾਂ ਦਾ ਆਟਾ ਬਣ ਗਿਆ। ਮਹਾਰਾਜ ਅੱਗੇ ਕਹਿੰਦੇ ਨੇ, ਕਹਿੰਦੇ, ਪਰ ਇਹਨਾਂ ਦੇ ਵਿੱਚ ਜਿਹੜੇ ਦਾਣੇ ਚੱਕੀ ਦੇ ਵਿਚਕਾਰ ਪਏ ਹੋਏ ਆਪਣੇ ਧੁਰੇ ਦੇ ਨਾਲ ਜੁੜੇ ਰਹੇ, ਉਹ ਸਾਬਤ ਬਚ ਗਏ। ਜਿਹੜੇ ਤੇ ਚੱਕੀ ਦੇ ਦੋਵਾਂ ਪੁੜਾਂ ਦੇ ਵਿੱਚ ਦਾਣੇ ਆ ਗਏ, ਉਹ ਪੀਸੇ ਗਏ। ਪਰ ਜਿਹੜੇ ਦਾਣੇ ਚੱਕੀ ਦੇ ਪੁੜ ਦੇ ਵਿਚਕਾਰ ਆਪਣੇ ਧੁਰੇ ਦੇ ਨਾਲ ਜੁੜੇ ਰਹੇ, ਉਹ ਬਚ ਗਏ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਾਰ ਰਹੇ ਸੋ ਉਭਰੇ, ਉਹ ਬਚ ਗਏ। ਨਾਨਕ ਅਜਬ ਡਿਠ, ਹੇ ਦੁਨੀਆ ਦੇ ਲੋਕੋ, ਇਸ ਕੌਤਕ ਨੂੰ ਵੇਖੋ। ਜੇ ਤੁਸੀਂ ਵੀ ਬਚਣਾ ਹੈ ਤੇ ਤੁਹਾਨੂੰ ਆਪਣੇ ਧੁਰੇ ਦੇ ਨਾਲ ਜੁੜਨਾ ਪਏਗਾ। ਇਹ ਹੈ ਇਸ ਸਮੁੱਚੀ ਉਦਾਹਰਨ ਦਾ ਤੱਤ ਅਤੇ ਸਾਰ। ਜੇ ਬੰਦੇ ਨੇ ਵੀ ਦੁਨੀਆ ਦੇ ਵਿੱਚ ਬਚਣਾ ਹੈ ਤੇ ਉਹਨੂੰ ਆਪਣੇ ਧੁਰੇ ਦੇ ਨਾਲ ਜੁੜਨਾ ਪਏਗਾ। ਸਾਡਾ ਧੁਰਾ ਕੀ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਡਾ ਧੁਰਾ ਹੈ। ਤਾਈਓ ਸਤਿਗੁਰ ਨੇ ਆਖਿਆ ਸੀ ਨਾ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਉਹ ਬਾਣੀ ਜੀਵਨ ਦੇ ਵਿੱਚੋਂ ਚਿੰਤਾਵਾਂ ਖਤਮ ਕਰ ਦਿੰਦੀ ਹੈ। ਜੀਵਨ ਵਿੱਚੋਂ ਚਿੰਤਾਵਾਂ ਮੁੱਕ ਜਾਂਦੀਆਂ ਨੇ। ਤੇ ਅੱਜ ਜਿਨ੍ਹਾਂ ਦੇ ਇਤਿਹਾਸ ਨੂੰ ਸ਼ਰਵਣ ਕਰਨ ਵਾਸਤੇ ਅਸੀਂ ਸਾਰੇ ਹੀ ਗੁਰੂ ਦਰਬਾਰ ਅੰਦਰ ਸੱਜ ਕੇ ਬੈਠੇ ਹਾਂ, ਉਹਨਾਂ ਸੱਚਮੁੱਚ ਹੀ ਧੁਰੇ ਦੇ ਨਾਲ ਜੁੜ ਕੇ ਵਿਖਾਇਆ। ਸੱਚਮੁੱਚ ਹੀ ਉਹ ਆਪਣੇ ਇੱਕ ਧੁਰੇ ਦੇ ਨਾਲ ਜੁੜੇ ਰਹੇ ਨੇ। ਤਾਂ ਹੀ ਅੱਜ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਨਾ। ਅੱਜ ਸਾਧ ਸੰਗਤ ਦਿਨ ਹੈ 9 ਪੋਹ ਦਾ। ਕੱਲ ਦੇ ਦਿਨ ਵਿੱਚ ਅਸੀਂ ਸਾਂਝਾ ਕੀਤਾ ਸੀ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ
ਇੱਕ ਦੁਨੀਆ ਦੇ ਸਾਹਮਣੇ ਅਨੋਖੀ ਜੰਗ ਲੜਦੇ ਨੇ। 5-5 ਸਿੰਘਾਂ ਦਾ ਜਥਾ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਤੇ ਸ਼ਹੀਦੀ ਦਾ ਜਾਮ ਪੀ ਜਾਂਦਾ ਹੈ। 5-5 ਸਿੰਘਾਂ ਦੇ ਜਥੇ ਚਮਕੌਰ ਦੀ ਗੜੀ ਤੋਂ ਬਾਹਰ ਆਉਂਦੇ ਨੇ ਤੇ ਸ਼ਹੀਦ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਅਗਲੇ 5 ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਆਪਣੇ ਪ੍ਰਾਣਾਂ ਨੂੰ ਪੇਸ਼ ਕਰਦੇ ਨੇ। ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਇਜਾਜ਼ਤ ਮੰਗੀ ਜਾਂਦੀ ਹੈ। ਆਖਿਆ ਜਾਂਦਾ ਹੈ, ਪਾਤਸ਼ਾਹ ਜੀ ਸਾਨੂੰ ਇਜਾਜ਼ਤ ਦਿਓ, ਅਸੀਂ ਵੀ ਆਪਣੇ ਭਰਾਵਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜਾ ਕੇ ਸ਼ਹੀਦ ਹੋ ਸਕੀਏ। ਅਸੀਂ ਵੀ ਆਪਣੇ ਭਰਾਵਾਂ ਦੇ ਨਾਲ ਮੈਦਾਨੇ ਜੰਗ ਵਿੱਚ ਜਾ ਕੇ ਸ਼ਹਾਦਤ ਦਾ ਜਾਮ ਪੀ ਸਕੀਏ। ਇਹ ਉਹਨਾਂ ਦਾ ਪਿਆਰ ਸੀ ਆਪਣੇ ਭਰਾਵਾਂ ਦੇ ਨਾਲ, ਇਹ ਉਹਨਾਂ ਦਾ ਸਨੇਹ ਸੀ ਆਪਣੇ ਭਰਾਵਾਂ ਦੇ ਨਾਲ। ਤੇ ਇਸ ਸਾਰੇ ਬਿਰਤਾਂਤ ਨੂੰ ਕਵੀ ਅੱਲਾ ਯਾਰ ਖਾਂ ਜੋਗੀ ਨੇ ਜਦੋਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਤੇ ਕਹਿੰਦਾ, ਲੱਖੋਂ ਕੋ ਕਤਲ ਕਰਕੇ ਪਿਆਰੇ ਗੁਜ਼ਰ ਗਏ। ਉਸ ਚਮਕੌਰ ਦੀ ਗੜੀ ਤੋਂ ਬਾਹਰ ਜਦੋਂ ਸਿੱਖ 5-5 ਸਿੰਘਾਂ ਦੇ ਜਥੇ ਬਣਾ ਕੇ ਆਉਂਦੇ ਨੇ, ਭਾਈ ਮਦਨ ਸਿੰਘ ਜੀ, ਭਾਈ ਕੋਠਾ ਸਿੰਘ ਜੀ ਦਰਵਾਜ਼ੇ ਤੇ ਖਲੋਤੇ ਹੋਏ ਨੇ। 5 ਸਿੰਘਾਂ ਦਾ ਜਥਾ ਗੜੀ ਦੇ ਵਿੱਚੋਂ ਨਿਕਲਦਾ, ਦਰਵਾਜ਼ਾ ਖੋਲ੍ਹਿਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਉਸ ਕੱਚੀ ਗੜੀ ਦਾ ਦਰਵਾਜ਼ਾ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਜੀ ਬੰਦ ਕਰ ਦਿੰਦੇ ਨੇ। ਤੇ ਭਾਈ ਅੱਲਾ ਯਾਰ ਖਾਂ ਜੋਗੀ ਇਸ ਸਮੁੱਚੇ ਬਿਰਤਾਂਤ ਨੂੰ ਕਹਿੰਦਾ ਹੈ, ਲੱਖੋਂ ਕੋ ਕਤਲ ਕਰਕੇ ਪਿਆਰੇ ਗੁਜ਼ਰ ਗਏ। ਲੱਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਪਿਆਰੇ ਗੁਜ਼ਰ ਗਏ। ਏਕ ਏਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ। ਇੱਕ ਇੱਕ ਕਰਕੇ ਹਰ ਇੱਕ ਖਾਲਸਾ ਆਪੋ ਆਪਣੇ ਸਮੇਂ ਦੇ ਮੁਤਾਬਕ ਮੈਦਾਨੇ ਜੰਗ ਵਿੱਚ ਸ਼ਹੀਦੀ ਦਾ ਜਾਮ ਪੀਂਦਾ ਰਿਹਾ। ਅੱਗੇ ਕਹਿੰਦਾ, ਸਦਾ ਫਨਾ ਕੇ ਘਾਟ ਉਤਾਰੇ ਗੁਜ਼ਰ ਗਏ। ਜਿਹੜੇ ਮੌਤ ਨੂੰ ਗਲ ਲਾਉਣ ਵਾਸਤੇ ਉਸ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਸਨ, ਇੱਕ ਇੱਕ ਕਰਕੇ ਸਾਰਿਆਂ ਨੇ ਸ਼ਹੀਦੀ ਦਾ ਜਾਮ ਪੀ ਲਿਆ। ਕਹਿੰਦਾ, ਭੁਸਮੇ ਲਗਾ ਕੇ ਆਗ ਸ਼ਰਾਰੇ ਗੁਜ਼ਰ ਗਏ। ਤੇ ਜਦੋਂ ਉਹਨਾਂ ਦੀ ਸ਼ਹੀਦੀ ਉਸ ਚਮਕੌਰ ਦੀ ਗੜੀ ਦੇ ਅਸਥਾਨ ਤੇ ਹੁੰਦੀ ਹੈ, ਤੇ ਕਵੀ ਅੱਲਾ ਯਾਰ ਬਸਤਰ ਜਿਹੜੇ ਨੇ ਉਹ ਕੰਡਿਆਂ ਦੇ ਨਾਲ ਸਰੀਰ ਵੀ ਵਿੰਨਿਆ ਹੋਇਆ ਤੇ ਉਹ ਖੂਨ ਦੇ ਨਾਲ ਕੱਪੜੇ ਲੱਥਪੱਥ ਹੋਏ ਪਏ ਨੇ। ਭਾਈ ਗਨੀ ਖਾਂ, ਨਬੀ ਖਾਂ ਦੋਵੇਂ ਬੜੇ ਵੱਡੇ ਗੁਰੂ ਕੇ ਸਿੱਖ ਸਨ। ਧਰਮ ਭਾਵੇਂ ਇਹਨਾਂ ਦਾ ਇਸਲਾਮ ਸੀ, ਹੈ ਸਨ ਭਾਵੇਂ ਮੁਸਲਮਾਨ, ਪਰ ਗੁਰੂ ਘਰ ਦੇ ਵਿੱਚ ਅਪਾਰ ਸ਼ਰਧਾ ਰੱਖਦੇ ਸਨ। ਜਦੋਂ ਸਾਧ ਸੰਗਤ ਤੁਸੀਂ ਗੁਰੂ ਕੇ ਸਿੱਖਾਂ ਦਾ ਐਸਾ ਇਤਿਹਾਸ ਪੜ੍ਹੋਗੇ ਨਾ, ਪੀਰ ਬੁੱਧੂ ਸ਼ਾਹ ਬੜਾ ਵੱਡਾ ਸ਼ਰਧਾਲੂ ਸੀ ਗੁਰੂ ਘਰ ਦਾ। ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੀ ਫੌਜ ਦੇ ਵਿੱਚੋਂ ਕੱਢੇ ਹੋਏ 500 ਪਠਾਨ ਗੁਰੂ ਸਾਹਿਬ ਦੀ ਫੌਜ ਵਿੱਚ ਭਰਤੀ ਕੀਤੇ ਸਨ। ਬੇਨਤੀ ਕੀਤੀ ਸੀ, ਮਹਾਰਾਜ ਭੁੱਖੇ ਮਰ ਜਾਣਗੇ, ਇਹਨਾਂ ਦੇ ਕੋਲ ਖਾਣ ਵਾਸਤੇ ਕੁਝ ਨਹੀਂ, ਇਹਨਾਂ ਦਾ ਪਰਿਵਾਰ ਪਿੱਛੇ ਬਿਲਕ ਰਿਹਾ। ਜੇ ਤੁਸੀਂ ਇਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਓ ਤੇ ਮਹੀਨੇ ਦੇ ਮਹੀਨੇ ਤਨਖਾਹ ਦੇਈ ਜਾਓ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਲੈਣਗੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਕੱਢੇ ਹੋਏ 500 ਪਠਾਨ ਆਪਣੀ ਫੌਜ ਵਿੱਚ ਭਰਤੀ ਕਰ ਲਏ। ਤੇ ਜਦੋਂ ਭੰਗਾਣੀ ਦਾ ਜੰਗ ਹੋਇਆ, 500 ਦੇ 500 ਪਠਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਿੱਠ ਵਿਖਾ ਕੇ ਤੇ ਭੱਜ ਗਏ। ਪੀਰ ਬੁੱਧੂ ਸ਼ਾਹ ਇਸ ਗੱਲ ਤੇ ਬੜਾ ਸ਼ਰਮਿੰਦਾ ਹੋਇਆ। ਪੀਰ ਬੁੱਧੂ ਸ਼ਾਹ ਨੇ ਆਪਣੇ ਮਨ ਵਿੱਚ ਸੋਚਿਆ, ਗੁਰੂ ਘਰ ਦੇ ਨਾਲ ਬਹੁਤ ਵੱਡਾ ਇਹਨਾਂ ਪਠਾਨਾਂ ਨੇ ਧਰੋਹ ਕੀਤਾ ਹੈ। ਇਤਿਹਾਸ ਮੁਤਾਬਕ ਪੀਰ ਬੁੱਧੂ ਸ਼ਾਹ ਦੇ 5 ਪੁੱਤਰ ਸਨ। 5 ਪੁੱਤਰ ਲੈ ਕੇ ਭੰਗਾਣੀ ਦੇ ਜੰਗ ਵਿੱਚ ਆਉਂਦਾ ਤੇ 3 ਪੁੱਤਰ ਪੀਰ ਬੁੱਧੂ ਸ਼ਾਹ ਦੇ ਭੰਗਾਣੀ ਦੀ ਜੰਗ ਦੇ ਵਿੱਚ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ। ਕਿੱਥੋਂ ਦੇਣ ਦੇਵਾਂਗੇ ਅਸੀਂ ਇਹਨਾਂ ਗੁਰੂ ਕੇ ਸਿੱਖਾਂ ਦਾ? ਸਾਡਾ ਕਿਸੇ ਧਰਮ ਦੇ ਨਾਲ ਵੈਰ ਨਹੀਂ। ਮੈਂ ਅੱਜ ਫਿਰ ਬੇਨਤੀ ਕਰਦਾ, ਸਾਡਾ ਕਿਸੇ ਧਰਮ ਦੇ ਨਾਲ ਵੈਰ ਨਹੀਂ। ਤੁਸੀਂ ਇਹ ਸੋਚੋ ਵੀ ਉਦੋਂ ਮੁਗਲਾਂ ਨੇ ਸਾਡੇ ਤੇ ਜ਼ੁਲਮ ਕੀਤਾ ਸੀ ਤੇ ਸਿੱਖੀ ਇਸਲਾਮ ਦੀ ਕੱਟੜ ਵਿਰੋਧੀ ਹੈ। ਸਾਡਾ ਕਿਸੇ ਦਾ ਧਰਮ ਦੇ ਨਾਲ ਕੋਈ ਵੈਰ ਨਹੀਂ। ਅੱਜ ਤੋਂ ਪਿੱਛੇ ਜੇ ਕਿਸਾਨੀ ਅੰਦੋਲਨ ਚੱਲਿਆ ਤੇ ਉੱਥੇ ਸਿੰਘੂ ਬਾਰਡਰ ਤੇ ਮੁਸਲਮਾਨ ਵੀਰਾਂ ਨੇ ਲੰਗਰ ਲਾਇਆ ਸੀ ਤੇ ਫੇਸਬੁੱਕ ਦੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਵੀ ਕਦੀ ਇਹਨਾਂ ਦੇ ਵੱਡੇ ਵਡੇਰਿਆਂ ਨੇ ਸਿੱਖਾਂ ਦੇ ਗੁਰੂਆਂ ਨੂੰ ਮਾਰਿਆ। ਇਹ ਬੋਲ ਸਨ ਉਹਨਾਂ ਦੇ। ਕਦੀ ਇਹਨਾਂ ਦੇ ਵਡੇਰਿਆਂ ਨੇ ਸਿੱਖਾਂ ਦੇ ਗੁਰੂਆਂ ਨੂੰ ਮਾਰਿਆ ਤੇ ਅੱਜ ਸਿੱਖ ਇਹਨਾਂ ਦੇ ਹੱਥੋਂ ਬਿਰਿਆਨੀ ਖਾ ਰਹੇ ਨੇ, ਚੌਲ ਖਾ ਰਹੇ ਨੇ। ਇਹ ਸ਼ਬਦ ਉਹਨਾਂ ਟਿੱਪਣੀਆਂ, ਇਹ ਨਫ਼ਰਤ ਭਰੀਆਂ ਟਿੱਪਣੀਆਂ ਇੰਟਰਨੈਟ ਤੇ ਵਾਇਰਲ ਕੀਤੀਆਂ ਗਈਆਂ। ਇਹਨਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕੀਤੀ ਜਾਵੇ। ਪਰ ਉਹ ਜਿਹੜੇ ਸਾਡੇ ਮਲੇਰਕੋਟਲੇ ਵਾਲੇ ਵੀਰ ਸਨ, ਉਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ। ਅਸੀਂ ਤਾਂ ਖੁਦ ਕਹਿੰਦੇ ਆ ਵਜ਼ੀਰ ਖਾਨ ਗਲਤ ਸੀ, ਅਸੀਂ ਖੁਦ ਕਹਿੰਦੇ ਆ ਜ਼ਕਰੀਆ ਖਾਨ ਵਰਗੇ ਗਲਤ ਸੀ। ਗਲਤ ਨੂੰ ਗਲਤ ਕਹਿਣਾ ਉਹਨਾਂ ਦਾ ਧਰਮ ਹੀ ਸਿਖਾਉਂਦਾ ਹੈ। ਸਿੱਖੀ ਕਿਸੇ ਇੱਕ ਵਿਸ਼ੇਸ਼ ਧਰਮ ਦੀ ਫਿਰਕੇ ਦੀ ਵਿਰੋਧੀ ਨਹੀਂ ਹੈ।
ਕਲਗੀਧਰ ਪਾਤਸ਼ਾਹ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਦੇ ਨਾਲ ਉਹਨਾਂ ਦੇ ਘਰ ਵਿੱਚ ਪਹੁੰਚਦੇ ਨੇ ਤੇ ਜਿਹੜੀ ਸਾਧ ਸੰਗਤ ਅੱਜ ਦੀ ਮੌਜੂਦਾ ਰਾਤ ਅਸੀਂ ਬੈਠੇ ਆ, ਇਸ ਰਾਤ ਨੂੰ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਦੇ ਘਰ ਦੇ ਵਿੱਚ ਕਲਗੀਧਰ ਪਾਤਸ਼ਾਹ ਤੇ ਉਹਨਾਂ ਦੇ ਨਾਲ ਉਹਨਾਂ ਦੇ 3 ਸਿੱਖ ਵਿਸ਼ਰਾਮ ਕਰਦੇ ਨੇ। ਤੇ ਜਿਹੜੀ ਮੈਂ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਸੀ, ਚਮਕੌਰ ਦੀ ਗੜੀ ਦੇ ਵਿੱਚ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਦੀ ਮਾਤਾ ਪਹੁੰਚਦੀ ਹੈ ਤੇ ਉਹਨੇ ਖੱਦਰ ਦੇ ਨਾਲ ਇੱਕ ਕੱਪੜਾ ਬੁਣਿਆ ਹੋਇਆ ਸੀ, ਉਹਨੂੰ ਹਰੇ ਰੰਗ ਦੇ ਇੱਕ ਟੱਬ ਦੇ ਵਿੱਚ ਪਾਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਸ ਹਰੇ ਰੰਗ ਦੇ ਵਸਤਰ ਪਹਿਨਾਏ ਗਏ। ਸਤਿਗੁਰੂ ਉੱਚਦੇ ਪੀਰ ਦਾ ਰੂਪ ਧਾਰਨ ਕਰਦੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਸਿੱਖ ਨੇ ਤੇ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਇਲਾਕੇ ਦੇ ਵਿੱਚੋਂ ਬਾਹਰ ਕੱਢਦੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ। ਅੱਜ ਉਹਨਾਂ ਦਾ ਰੂਪ ਹੀ ਹੋਰ ਹੈ। ਅੱਜ ਕਲਗੀਧਰ ਪਾਤਸ਼ਾਹ ਕੁਝ ਵੱਖਰੇ ਦਿਸ ਰਹੇ ਨੇ, ਪੀਰਾਂ ਦੇ ਪੀਰ ਨੇ ਅੱਜ ਪਾਤਸ਼ਾਹ। ਤੇ ਮੈਂ ਸਿੱਖੋ ਤੁਹਾਨੂੰ ਵੀ ਬੇਨਤੀ ਕਰਨੀ ਚਾਹਾਂਗਾ, ਮੁਸਲਮਾਨ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਨੇ ਤੇ ਕਹਿੰਦੇ ਨੇ ਸਾਡਾ ਪੀਰਾਂ ਦਾ ਪੀਰ ਹੈ ਕਲਗੀਧਰ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਗਦਾਦ ਦੀ ਧਰਤੀ ਤੇ ਗਏ ਨੇ ਤੇ ਬਗਦਾਦ ਦੇ ਉੱਥੋਂ ਦੇ ਪੀਰਾਂ ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਹੋਈ ਤੇ ਬਗਦਾਦ ਦੇ ਪੀਰਾਂ ਨੇ ਜਿਹੜੀ ਗੱਲ ਕਹੀ ਸੀ, ਭਾਈ ਗੁਰਦਾਸ ਜੀ ਨੇ ਉਸ ਗੱਲ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਸੀ। ਭਾਈ ਗੁਰਦਾਸ ਜੀ ਕਹਿੰਦੇ ਸਨ, ਬਗਦਾਦ ਦੇ ਪੀਰਾਂ ਨੇ ਆਖਿਆ ਜ਼ਾਹਰ ਪੀਰ ਜਗਤ ਗੁਰ ਬਾਬਾ, ਇਹ ਕਿਸੇ ਇੱਕ ਧਰਮ ਦਾ ਬਾਬਾ ਨਹੀਂ ਹੈ, ਗੁਰੂ ਨਾਨਕ ਸਾਰੀ ਦੁਨੀਆ ਦਾ ਬਾਬਾ ਹੈ। ਅੱਜ ਕਲਗੀਧਰ ਪਾਤਸ਼ਾਹ ਜੀ ਨੇ ਉੱਚ ਦੇ ਪੀਰ ਦਾ ਰੂਪ ਧਾਰਨ ਕੀਤਾ ਹੋਇਆ। ਉੱਚ ਇੱਕ ਪਿੰਡ ਹੈ, ਉਸ ਪਿੰਡ ਦੇ ਜਿਹੜੇ ਪੀਰ ਨੇ ਉਹ ਬੜੇ ਸਤਿਕਾਰੇ ਜਾਂਦੇ ਨੇ, ਬੜੇ ਮੰਨੇ ਜਾਂਦੇ ਨੇ, ਬੜਾ ਮਾਣ ਸਨਮਾਨ ਹੈ ਉਹਨਾਂ ਦਾ ਇਸਲਾਮ ਦੇ ਵਿੱਚ। ਕਲਗੀਧਰ ਪਾਤਸ਼ਾਹ ਜੀ ਨੇ ਉੱਚ ਦੇ ਪੀਰ ਦਾ ਰੂਪ ਧਾਰਨ ਕੀਤਾ ਹੋਇਆ ਤੇ ਮੁਸਲਮਾਨ ਵੀ ਉਹਨੂੰ ਇੱਕ ਸ਼ਰਧਾ ਦੀ ਨਿਗਾਹ ਦੇ ਨਾਲ ਵੇਖ ਰਹੇ ਨੇ, ਪਿਆਰ ਦੀ ਨਿਗਾਹ ਦੇ ਨਾਲ ਇੱਕ ਮੁਸਲਮਾਨ ਉਹਨਾਂ ਨੂੰ ਵੇਖ ਰਹੇ ਨੇ। ਪਰ ਜਦੋਂ ਤੁਸੀਂ ਅੱਜ ਸਾਡੇ ਸਿੱਖਾਂ ਵੱਲ ਵੇਖੋ, ਗਾਤਰੇ ਪਾਏ ਹੋਏ ਨੇ ਸਿੱਖਾਂ ਦੇ, ਤਾਂ ਵੀ ਹਰੇ ਰੰਗ ਦੀ ਚਾਦਰ ਵੇਖ ਕੇ ਸਿੱਖ ਉੱਥੇ ਨਮਸਕਾਰ ਕਰ ਰਿਹਾ। ਮੁਸਲਮਾਨ ਕਲਗੀਧਰ ਪਾਤਸ਼ਾਹ ਜੀ ਨੂੰ ਕਹਿ ਰਹੇ ਨੇ ਉੱਚ ਦਾ ਪੀਰ ਹੈ, ਸਾਡੇ ਵਾਸਤੇ ਸਤਿਕਾਰਯੋਗ ਹੈ। ਬਗਦਾਦ ਦੇ ਪੀਰ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਹੇ ਨੇ ਜ਼ਾਹਰ ਪੀਰ ਜਗਤ ਗੁਰ ਬਾਬਾ। ਪਰ ਅੱਜ ਸਿੱਖ ਗੁਰੂ ਨਾਨਕ ਸਾਹਿਬ ਦੇ ਕਲਗੀਧਰ ਪਾਤਸ਼ਾਹ ਦਾ ਪੱਲਾ ਛੱਡ ਕੇ ਇੱਕ ਬਣੀ ਹੋਈ ਕਬਰ ਤੇ, ਜਿਹਨੂੰ ਇਸਲਾਮ ਵਾਲੇ ਵੀ ਨਹੀਂ ਮੰਨਦੇ, ਇੱਕ ਬਣੀ ਹੋਈ ਕਬਰ ਤੇ ਹਰੀ ਚਾਦਰ ਪਾ ਕੇ ਤੇ ਉਹਨੂੰ ਮੱਥਾ ਟੇਕ ਰਹੇ। ਅੱਜ ਕਿੱਥੇ ਵਿਸ਼ਵਾਸ ਖਲੋਤਾ ਹੋਇਆ ਸਾਡਾ? ਆਪਣੇ ਅੰਦਰ ਸਵੈ ਪਰਚੋਪੜਾ ਕਰਕੇ ਵੇਖੀਏ, ਆਪਣੇ ਅੰਦਰ ਝਾਤੀ ਤਾਂ ਮਾਰ ਕੇ ਵੇਖੀਏ। ਮੁਸਲਮਾਨ ਸਤਿਕਾਰ ਦੀ ਨਿਗਾਹ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਨੂੰ ਕਹਿ ਰਹੇ ਨੇ ਤੇ ਲਿਜਾ ਰਹੇ ਨੇ ਮਾਛੀਵਾੜੇ ਦੇ ਜੰਗਲ ਦੇ ਵਿੱਚੋਂ। ਅਗਲਾ ਪੰਧ ਤੈਅ ਕਰ ਰਹੇ ਨੇ ਪਾਤਸ਼ਾਹ ਜੀ, ਅੱਗੇ ਦਾ ਸਫ਼ਰ ਤੈਅ ਕਰ ਰਹੇ ਨੇ ਮਹਾਰਾਜ। ਉਹ ਕਹਿੰਦੇ ਨੇ ਸਾਡੇ ਵਾਸਤੇ ਉੱਚ ਦਾ ਪੀਰ ਹੈ, ਆਪਣੇ ਸਿਰ ਤੇ ਬਿਠਾਇਆ ਹੋਇਆ। ਤੇ ਸਾਡੇ ਸਿੱਖ ਹਰ ਵੀਰਵਾਰ ਮੜੀ ਦੇ ਤੇਲ ਪਾਉਣ ਵਾਸਤੇ ਵੀ ਜਾ ਰਹੇ ਨੇ। ਸਾਨੂੰ ਆਪਣੇ ਉੱਚ ਦੇ ਪੀਰ ਤੇ ਵਿਸ਼ਵਾਸ ਹੀ ਨਹੀਂ। ਅਸੀਂ ਆਪਣੇ ਇਤਿਹਾਸ ਤੇ ਕਿਉਂ ਨਹੀਂ ਮਾਣ ਕਰਦੇ? ਆਪਣੀ ਬਾਣੀ ਤੇ ਕਿਉਂ ਨਹੀਂ ਸਾਡਾ ਭਰੋਸਾ ਟਿਕਦਾ? ਇਹ ਸਿੱਖ ਦਾ ਸਿਰ ਹੈ, ਇਹ ਜਣੇ ਖਣੇ ਦਾ ਸਿਰ ਨਹੀਂ, ਇਹ ਕੇਵਲ ਗੁਰੂ ਦੇ ਅੱਗੇ ਝੁਕੇਗਾ। ਅੱਗੇ ਜਾ ਕੇ ਅਸੀਂ ਇਤਿਹਾਸ ਤੋਂ ਵੀ ਪੱਖ ਸਾਂਝਾ ਕਰਨਾ। ਸਾਹਿਬਜ਼ਾਦਿਆਂ ਨੂੰ ਆਖਿਆ ਸੀ ਇੱਕ ਵਾਰੀ ਝੁਕ ਕੇ ਵਜ਼ੀਰ ਖਾਨ ਦੇ ਅੱਗੇ ਨਮਸਕਾਰ ਕਰ ਦਿਓ। ਵਜ਼ੀਰ ਖਾਨ ਨੇ ਆਖਿਆ ਸਾਡੇ ਬਾਪੂ ਨੇ ਸਾਨੂੰ ਇਹ ਗੱਲ ਨਹੀਂ ਸਿਖਾਈ। ਸਾਡੇ ਦਾਦੇ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਸਰੀਰ ਦਾ ਠੀਕਰਾ ਭੰਨ ਦਿੱਤਾ, ਪਰ ਆਪਣਾ ਸਿਰ ਨਹੀਂ ਕਿਸੇ ਦੇ ਅੱਗੇ ਨਵਾਇਆ। ਸਾਡੇ ਪੜਦਾਦੇ ਨੇ 4 ਲੜਾਈਆਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲੜੀਆਂ ਤੇ 4ਵਾਂ ਦੇ ਵਿੱਚ ਮੁਗਲਾਂ ਨੂੰ ਮੂੰਹ ਦੀ ਖਾਣੀ ਪਈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਅੱਜ ਕਲਗੀਧਰ ਪਾਤਸ਼ਾਹ ਅੱਜ ਦੀ ਰਾਤ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਦੇ ਨਾਲ ਮਾਛੀਵਾੜੇ ਦੇ ਜੰਗਲ ਦੇ ਵਿੱਚੋਂ ਆਪਣਾ ਅਗਲਾ ਸਫ਼ਰ ਜਿਹੜਾ ਉਹ ਤੈਅ ਕਰਦੇ ਨੇ। ਕਵੀ ਅੱਲਾ ਯਾਰ ਖਾਂ ਜੋਗੀ ਕਲਗੀਧਰ ਪਾਤਸ਼ਾਹ ਜੀ ਦੇ ਜਦੋਂ ਇਸ ਸਵਰੂਪ ਨੂੰ ਬਿਆਨ ਕਰਦਾ ਹੈ ਨਾ, ਬੜੇ ਭਾਵਪੂਰਤ ਸ਼ਬਦ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ। ਉਹ ਕਹਿੰਦਾ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, जितनी भी हो तारीफ गोबिंद की वो कम है। कहता जिन्नी भी कलगीधर पातशाह दी मैं तारीफ कर लवां वो थोड़ी है। मैं तारीफ करदा रचदा नहीं, मेरे कोल शब्द नहीं मैं कलगीधर पातशाह जी दी तारीफ कर सकां। मेरे कोल शब्दां दी थोड़ आ जांदी है, मुक जांदे ने मेरे कोल। मुसलमान है ਉਹ किन्नी शरधा है उन्हां नूं सिखां दे गुरु ते, पर सिख अपने गुरु नूं छड्ड के मुसलमानां दीयां कबरां ते नमस्कार करी जांदे ने।
ਸਿੱਖ ਆਪਣੇ ਗੁਰੂ ਨੂੰ ਛੱਡ ਕੇ ਉਹਨਾਂ ਦੀਆਂ ਕਬਰਾਂ ਦੇ ਅੱਗੇ ਸਿਜਦਾ ਕਰਦੇ ਨੇ। ਸ਼ੇਖ ਫਤਿਹ ਦੀ ਕਬਰ ਦੇ ਨਾਲ ਸਾਧ ਸੰਗਤ ਸਾਡਾ ਕੀ ਸੰਬੰਧ ਸੀ ਭਲਾ? ਪਰ ਸਾਡੇ ਘਰ ਵਿੱਚ ਮੱਝ ਬਾਅਦ ਵਿੱਚ ਸੂੰਦੀ ਹੈ, ਉੱਥੇ ਦੁੱਧ ਲੈ ਕੇ ਅਸੀਂ ਪਹਿਲਾਂ ਪਹੁੰਚ ਜਾਂਦੇ। ਹਾਲਾਂਕਿ ਤੁਸੀਂ ਜਿਨ੍ਹਾਂ ਦੇ ਸਥਾਨ ਤੇ ਬੈਠੇ ਹੋ ਨਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਇਹਨਾਂ ਨੂੰ ਸ਼ਹੀਦ ਕਰਨ ਵਿੱਚ ਇਹਨਾਂ ਬੰਦਿਆਂ ਦਾ ਬਹੁਤ ਵੱਡਾ ਰੋਲ ਸੀ। ਇਤਿਹਾਸ ਕਦੀ ਪੜ੍ਹ ਕੇ ਵੇਖੋ, ਇਹ ਸਖੀ ਸਰਵਰ ਮੱਤ ਦੇ ਨਾਲ ਸੰਬੰਧ ਰੱਖਦੇ ਸਨ। ਸਖੀ ਸਰਵਰ ਮੱਤ ਸੀ ਇਹਨਾਂ ਦਾ, ਤੇ ਇਹਨਾਂ ਨੇ ਜ਼ੋਰ ਪਵਾ ਕੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਖਿਲਾਫ ਸ਼ਿਕਾਇਤਾਂ ਦਰਜ ਕੀਤੀਆਂ ਸਨ। ਇਹਨਾਂ ਨੂੰ ਸ਼ਹੀਦ ਕਰ ਦਿਓ, ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ, ਇੱਥੋਂ ਤੱਕ ਸ਼ਬਦ ਵਰਤੇ ਸਨ ਇਹਨਾਂ ਨੇ। ਪਰ ਅੱਜ ਸਿੱਖ ਦੂਰੋਂ ਦੂਰੋਂ ਮੈਂ ਵੇਖਦਾ ਹੁੰਦਾ, ਇੱਕ ਵਾਰੀ ਮੈਂ ਕਿਤੇ ਕਥਾ ਕਰਨ ਵਾਸਤੇ ਬਾਹਰ ਜਾ ਰਿਹਾ ਤੇ ਉੱਥੋਂ ਇੱਕ ਵੀਰ ਨੇ ਖੀਰ ਦੀ ਡਿੱਗੀ ਭਰੀ ਹੋਈ ਤੇ ਪੰਜਾਬ ਵਾਲੇ ਪਾਸੇ ਨੂੰ ਆ ਰਿਹਾ ਸੀ। ਮੈਂ ਇਹਨਾਂ ਨੂੰ ਸੁਭਾਵਿਕ ਹੀ ਪੁੱਛ ਲਿਆ, ਮੈਂ ਕਿਹਾ ਜੀ ਕਿੱਥੇ ਚੱਲੇ? ਕਹਿੰਦੇ ਸ਼ੇਖ ਫਤਿਹ ਦੀ ਖਬਰ ਤੇ ਖੀਰ ਲੈ ਕੇ ਚੱਲੇ। ਮੈਂ ਕਿਹਾ ਜੀ ਕਿਉਂ? ਕਹਿੰਦੇ ਇੱਥੇ ਖੀਰ ਲੈ ਕੇ ਤਾਂ ਚੱਲੇ ਤਾਂ ਕਿ ਸਾਡੀਆਂ ਮੱਝਾਂ ਦੁੱਧ ਵਧੀਆ ਦੇ ਸਕਣ, ਤਾਂ ਖੀਰ ਲੈ ਕੇ ਚੱਲੇ। ਹੁਣ ਜਿਹੜੇ ਵੀਰ ਵਿਦੇਸ਼ਾਂ ਵਿੱਚ ਰਹਿੰਦੇ ਨੇ, ਉਹਨਾਂ ਵਿਚਾਰਿਆਂ ਨੂੰ ਤੇ ਪਤਾ ਵੀ ਨਹੀਂ ਵੀ ਸ਼ੇਖ ਫਤਿਹ ਨਾਂ ਦੀ ਵੀ ਕੋਈ ਕਬਰ ਇਸ ਧਰਤੀ ਤੇ ਹੈਗੀ ਆ ਕਿ ਨਹੀਂ ਹੈਗੀ। ਉਹਨਾਂ ਦੀਆਂ ਮੱਝਾਂ ਤਾਂ ਫਿਰ ਵੀ ਵਾਧੂ ਦੁੱਧ ਦਿੰਦੀਆਂ ਨੇ। ਇਹ ਸਾਡੇ ਵਹਿਮ ਨੇ ਸਾਰੇ, ਇਹ ਸਾਡੇ ਭਰਮ ਨੇ, ਪਰ ਅਸੀਂ ਫਿਰ ਵੀ ਉਹਨਾਂ ਨੂੰ ਮੰਨੀ ਜਾ ਰਹੇ ਹਾਂ। ਆਓ ਗੁਰੂ ਕੇ ਸਿੱਖੋ, ਕਲਗੀਧਰ ਪਾਤਸ਼ਾਹ ਜੀ ਦਾ ਕਲਾਵਾ ਬੜਾ ਤਕੜਾ ਹੈ। ਜਿਹੜਾ ਵੀ ਉਹਦੇ ਵਿੱਚ ਆਉਣਾ ਚਾਹੇਗਾ, ਪਾਤਸ਼ਾਹ ਨੇ ਇਸੇ ਕਰਕੇ ਆਖਿਆ ਸੀ ਨਾ, ਜੀਵਤ ਕਈ ਹਜ਼ਾਰ, ਇੱਕ ਦੀ ਗੱਲ ਨਹੀਂ, ਦੋ ਦੀ ਗੱਲ ਨਹੀਂ, ਕਈ ਹਜ਼ਾਰ, ਤੇ ਕਈ ਹਜ਼ਾਰਾਂ ਦੀ ਗਿਣਤੀ ਕਦੀ ਦੁਨੀਆ ਦੇ ਵਿੱਚੋਂ ਨਹੀਂ ਮੁੱਕਣੀ। ਕਈ ਹਜ਼ਾਰਾਂ ਦੀ ਗਿਣਤੀ ਕਦੀ ਦੁਨੀਆ ਦੇ ਵਿੱਚੋਂ ਨਹੀਂ ਮੁੱਕਣੀ। कवि अल्लाह झारखंड जोगी कहता है, जितनी भी हो तारीफ गोबिंद की वो कम है, हर चांद मेरे हाथ में पुरजोर कलम है, सतगुर के लिखो वसफ कहां ताबे रकम है। कहता मेरी कलम दे विच ताकत नहीं, मैं गुरु गोबिंद सिंह साहब सच्चे पातशाह महाराज जी की सिफत लिख सका, मेरे कोलों शब्द घट रह जाते ने। ते उन्हें खालसे नूं इह भी आख्या सी, कहंदा क्यों आसे पासे भटकदे फिरदे हो दुनिया दे लोगो, हज करना ते चमकौर साहब की धरती ते आओ। चमकौर साहब की धरती तो वड्डा पाक ते पवित्र स्थान तुहानूं दुनिया दे किसी इतिहास विच नहीं लभेगा, जिथे एक बाप ने अपने दोवें पुत्र शहीद कर दिते, एक भी नहीं रखिया। दुनिया के लोगों ने रामचंद्र नूं भगवान कहा, पर उहदा पिता महल की उच्ची ममटी ते चढ़ के थले जमीन ते डेक के अपने प्राण त्याग गया। ते मैं जदों मिथिहास पढ़दा ध्यान नाल सुणियो, कौरवां ते पांडवां दा मिथिहास विच बड़ा वड्डा युद्ध हुंदा है। कौरवां ते पांडवां दा बड़ा वड्डा युद्ध हुंदा है, जिहदे विच कौरव हार जांदे ने ते पांडव जित जांदे ने, क्योंकि पांडवां दे कोल दुनिया दा किया जांदा भगवान कृष्ण सी, ते युद्ध जित्तिया भी उन्हां ने धोखे दे नाल, छल दे नाल, फरेब दे नाल। एक कहानी आउंदी है, कहंदे द्रोणाचार्य कौरवां दा गुरु सी, ते पांडवां नूं इस गल दा पता सी भी जिन्ना चिर द्रोणाचार्य नूं हराया नहीं ना जाएगा, जिन्ना चिर द्रोणाचार्य अपनी कमांड नहीं छड्डदा, उन्ना चिर असीं जित नहीं सकदे, उन्ना चिर साडी जित संभव नहीं। उन्हां ने एक विਉਂਤ सोची, द्रोणाचार्य दे पुत्र दा नाम सी अश्वत्थामा, ते द्रोणाचार्य दे हाथी दा नाम ही सी अश्वत्थामा। उन्हां ने एक चाल सोची, द्रोणाचार्य दा हाथी मार दिता। जदों हाथी मारिया ते अगला ढंग ये सोचा भी जदों द्रोणाचार्य मैदाने जंग दे विच आऊगा ना हाथ विच तलवार फड़ के, ते ओनू कहना भी जेड़ा अश्वत्थामा वो मर गया, ते जदों पूछूगा भी नर के कुंचर बंदा के हाथी, उदों तुसीं उच्ची उच्ची नगारे बजाने शुरू कर देने, उहदा मनोबल डिग पाएगा ते कौरव हार जाणगे ते पांडवां दी जित हो जाएगी। उन्होंने विਉਂਤ सोची। इसे तरीके नाल होया, द्रोणाचार्य मैदाने जंग दे विच आया, पूरा कमसाण दा जंग मचिया होया। किसी ने आण के द्रोणाचार्य दे कान विच गल कही, उन्हें आख्या अश्वत्थामा मर गया, क्या ते हाथी बारे सी? उहदे पुछण तो पहला भी हाथी मरिया कि मेरा पुत मरिया, क्योंकि ना दोवां दा इक्को जिहा सी। उन्होंने उच्ची उच्ची नगारे वजाने शुरू कर दिते। द्रोणाचार्य दा मनोबल टुट गया, डिग गया, हाथ विचों तलवार छड़
ਫਾੜ ਦਿੱਤੀ। ਨਤੀਜਾ ਇਹ ਨਿਕਲਿਆ ਪਾਂਡਵ ਜਿੱਤ ਗਏ। ਤੇ ਜਿੱਤੇ ਕਾਹਦੇ ਨਾਲ ਸੀ? ਧੋਖੇ ਦੇ ਨਾਲ। ਜਿੱਤੇ ਕਾਹਦੇ ਨਾਲ ਸੀ? ਫਰੇਬ ਦੇ ਨਾਲ। ਦਗਾ ਕੀਤਾ ਸੀ ਉਹਨਾਂ ਨੇ ਦ੍ਰੋਣਾਚਾਰੀਆ ਦੇ ਨਾਲ। ਹਾਲਾਂਕਿ ਪਹਿਲਾਂ ਗੁਰੂ ਰਿਹਾ ਸੀ ਉਹਨਾਂ ਦਾ। ਦੁਨੀਆ ਦੇ ਇਤਿਹਾਸ ਵਿੱਚ ਜਿਹੜੇ ਬੰਦਿਆਂ ਨੂੰ ਮਾਣ ਤੇ ਸਤਿਕਾਰ ਦਿੱਤਾ ਗਿਆ ਸੀ, ਉਹ ਵੀ ਮੈਦਾਨੇ ਜੰਗ ਦੇ ਵਿੱਚ ਹੱਥ 'ਚੋਂ ਤਲਵਾਰ ਛੱਡ ਕੇ ਤੇ ਲੜਾਈ ਹਾਰ ਜਾਂਦੇ ਨੇ। ਕੈਸਾ ਹੋਏਗਾ ਕਲਗੀਆਂ ਵਾਲਾ ਪਾਤਸ਼ਾਹ ਜਿਹਨੇ 2 ਪੁੱਤ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਵਾ ਕੇ ਵੀ ਮਾਛੀਵਾੜੇ ਦੇ ਜੰਗਲ ਵਿੱਚ ਟੇਂਡ ਦਾ ਸਰਾਣਾ ਲਾ ਕੇ ਸੁੱਤਾ ਹੋਇਆ। ਕਿੱਡਾ ਵੱਡਾ ਜਿਗਰਾ ਹੋਏਗਾ ਉਸ ਕਲਗੀਧਰ ਪਾਤਸ਼ਾਹ ਜੀ ਦਾ। ਇਸੇ ਕਰਕੇ ਕਵੀ ਅੱਲਾ ਜਾਰਖਾਂ ਜੋਗੀ ਕਹਿੰਦਾ ਨਾ, ਸਤਿਗੁਰ ਕੇ ਲਿਖੋ ਵਸਫ ਕਹਾਂ ਤਾਬੇ ਰਕਮ ਹੈ। ਮੇਰੀ ਕਲਮ ਦੇ ਵਿੱਚ ਇੰਨੀ ਤਾਕਤ ਨਹੀਂ ਮੈਂ ਗੁਰੂ ਦੀ ਸਿਫਤ ਨੂੰ ਲਿਖ ਸਕਾਂ, ਮੈਂ ਗੁਰੂ ਦੀ ਸਿਫਤ ਨੂੰ ਮਾਣ ਸਕਾਂ। ਅੱਗੇ ਲਿਖਦਾ ਕਹਿੰਦਾ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ। ਮੇਰੀ ਇੱਕ ਅੱਖ ਦੇ ਵਿੱਚ ਇੰਨੀ ਤਾਕਤ ਨਹੀਂ ਮੈਂ ਸਾਰੇ ਸਮੁੰਦਰ ਨੂੰ ਵੇਖ ਸਕਾਂ। ਸਮੁੰਦਰ ਕੌਣ ਹੈ? ਕਲਗੀਆਂ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦਾ, ਮੇਰੀ ਅੱਖ 'ਚ ਇੰਨੀ ਤਾਕਤ ਨਹੀਂ ਮੈਂ ਉਹਨਾਂ ਦੇ ਜੀਵਨ ਨੂੰ ਟੋਹ ਸਕਾਂ, ਵੇਖ ਸਕਾਂ। ਅੱਗੇ ਫਿਰ ਲਿਖਦਾ ਕਹਿੰਦਾ, ਸਾਹਿਲ ਕੋ, ਸਾਹਿਲ ਕਹਿੰਦੇ ਨੇ ਦਰਿਆਵਾਂ ਦੇ ਕੰਢੇ ਨੂੰ, ਸਾਹਿਲ ਕੋ ਜਾਂ ਮੰਝ ਤਾਰ ਕੋ ਜਾਂ ਲਹਿਰ ਕੋ ਦੇਖੇ। ਕਹਿੰਦਾ ਅੱਖ ਵਿੱਚ ਇੰਨੀ ਕੀ ਤਾਕਤ ਹੈ, ਜਾਂ ਅੱਖ ਕੰਢੇ ਨੂੰ ਵੇਖ ਸਕਦੀ ਹੈ, ਜਾਂ ਅੱਖ ਦਰਿਆ ਨੂੰ ਵੇਖ ਸਕਦੀ ਹੈ, ਤੇ ਜਾਂ ਅੱਖ ਦਰਿਆ ਦੇ ਵਿੱਚ ਚੱਲ ਰਹੀ ਲਹਿਰ ਨੂੰ ਵੇਖ ਸਕਦੀ ਹੈ। ਸਮੁੰਦਰ ਕਿੰਨਾ ਵੱਡਾ ਹੈ, ਅੱਖ ਦੇ ਵਿੱਚ ਇੰਨੀ ਤਾਕਤ ਨਹੀਂ ਵੀ ਅੱਖ ਸਮੁੰਦਰ ਨੂੰ ਵੇਖ ਸਕੇ। ਕਲਗੀਆਂ ਵਾਲਾ ਕਿੰਨਾ ਵੱਡਾ ਹੈ, ਮੇਰੇ ਕੋਲ ਮੇਰੀ ਕਲਮ ਦੇ ਵਿੱਚ ਇੰਨੀ ਤਾਕਤ ਨਹੀਂ ਮੈਂ ਉਹਦੀ ਉਸ ਤਾਕਤ ਨੂੰ ਬਿਆਨ ਕਰ ਸਕਾਂ। ਇੰਨੀ ਵੱਡੀ ਤਾਕਤ ਹੈ ਕਲਗੀਆਂ ਵਾਲੇ ਦੀ, ਇੰਨਾ ਅਸੀਮ ਜੇਰਾ ਹੈ ਉਹਦਾ। 2 ਪੁੱਤਰ ਸ਼ਹੀਦ ਕਰਵਾਏ ਨੇ ਤਾਂ ਵੀ ਮਾਛੀਵਾੜੇ ਦੇ ਜੰਗਲ ਦੇ ਵਿੱਚ ਸੁੱਤਾ ਹੋਇਆ। ਉਹਨਾਂ ਦੇ ਨਾਲ ਉਹਨਾਂ ਦੇ ਸਿੱਖ ਸ਼ਹੀਦ ਹੋਏ ਨੇ ਤਾਂ ਵੀ ਬੇਪਰਵਾਹੀ ਦੇ ਆਲਮ ਦੇ ਵਿੱਚ ਵਿਚਰ ਰਿਹਾ ਹੈ। 2 ਚੀਜ਼ਾਂ ਹੁੰਦੀਆਂ ਨੇ, ਇੱਕ ਬੇਪਰਵਾਹੀ ਹੁੰਦੀ ਹੈ, ਇੱਕ ਲਾਪਰਵਾਹੀ ਹੁੰਦੀ ਹੈ। ਦੋਵਾਂ ਚੀਜ਼ਾਂ ਦੇ ਵਿੱਚ ਫਰਕ ਹੈ। ਬੇਪਰਵਾਹ ਹਰ ਇੱਕ ਬੰਦੇ ਨੂੰ ਹੋਣਾ ਚਾਹੀਦਾ ਹੈ, ਪਰ ਲਾਪਰਵਾਹ ਕਿਸੇ ਨੂੰ ਨਹੀਂ ਹੋਣਾ ਚਾਹੀਦਾ। ਕਲਗੀਧਰ ਪਾਤਸ਼ਾਹ ਲਾਪਰਵਾਹ ਨਹੀਂ ਸਨ। ਲਾਪਰਵਾਹ ਹੁੰਦੇ ਤੇ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਾ ਆਉਂਦੇ, ਉਹ ਬੇਪਰਵਾਹ ਸਨ। ਇਹਨਾਂ ਦੋਵਾਂ ਸ਼ਬਦਾਂ ਨੂੰ ਸਮਝਣ ਦੀ ਲੋੜ ਹੈ। ਹਰ ਇੱਕ ਸਿੱਖ ਨੂੰ ਬੇਪਰਵਾਹ ਹੋਣਾ ਚਾਹੀਦਾ। ਕੋਈ ਗੱਲ ਨਹੀਂ, ਹੁਕਮ ਹੈ, ਰਜਾ ਹੈ ਉਹਦੀ, ਭਾਣਾ ਹੈ ਉਹਦਾ, ਸਬਰ ਹੈ ਉਹਦਾ, ਸਿਦਕ ਹੈ ਉਹਦਾ, ਪਰ ਲਾਪਰਵਾਹ ਕਿਸੇ ਨੂੰ ਨਹੀਂ ਹੋਣਾ ਚਾਹੀਦਾ। ਲਾਪਰਵਾਹੀ ਬੰਦੇ ਦੇ ਜੀਵਨ ਦੇ ਵਿੱਚ ਔਗਣ ਹੈ ਤੇ ਬੇਪਰਵਾਹੀ ਬੰਦੇ ਦੇ ਜੀਵਨ ਵਿੱਚ ਉਹਦਾ ਗੁਣ ਹੈ। ਇਹ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ ਹੈ। ਇਹ ਸੀ ਕਲਗੀਧਰ ਪਾਤਸ਼ਾਹ ਜੀ ਦਾ ਅੱਜ ਦਾ ਬਿਰਤਾਂਤ। ਦੂਜੇ ਬੰਨੇ ਹੈ ਮਾਤਾ ਗੁਜਰ ਕੌਰ ਤੇ ਉਹਨਾਂ ਦੇ ਨਾਲ ਉਹਨਾਂ ਦੇ 2 ਲਾਡਲੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਦੂਜੇ ਬੰਨੇ ਕੱਲ ਦੀ ਜਿਹੜੀ ਬੀਤੀ ਰਾਤ ਸੀ, ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਉਹ ਠਹਿਰਦੇ ਨੇ। ਇੱਕ ਪਿਲਕਣ ਸਾਹਿਬ ਗੁਰਦੁਆਰਾ ਬਣਿਆ, ਉਹਦੇ ਹੇਠ ਆਣ ਕੇ ਗੰਗੂ ਉਹਨਾਂ ਨੂੰ ਮਿਲਦਾ ਤੇ ਗੰਗੂ ਉਹਨਾਂ ਨੂੰ ਆਪਣੇ ਪਿੰਡ ਸਹੇੜੀ ਦੇ ਵਿੱਚ ਲੈ ਜਾਂਦਾ ਹੈ। ਅੱਜ ਦੀ ਰਾਤ ਦੋਵੇਂ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਗੰਗੂ ਦੇ ਘਰ ਵਿੱਚ ਪਿੰਡ ਸਹੇੜੀ ਦੇ ਵਿੱਚ ਟਿਕਦੇ ਨੇ। ਤੇ ਜਦੋਂ ਰਸਤੇ ਦੇ ਵਿੱਚ ਜਾ ਰਹੇ ਸਨ ਮਾਤਾ ਗੁਜਰ ਕੌਰ ਤੇ ਗੰਗੂ, ਮਾਤਾ ਜੀ ਕਹਿ ਰਹੇ ਸਨ, ਗੰਗੂ ਇੱਥੇ ਚਮਕੌਰ ਦੇ ਵਿੱਚ ਮੈਂ ਸੁਣਿਆ ਮੇਰਾ ਪੁੱਤ ਤੇ ਉਹਨਾਂ ਦੇ ਨਾਲ ਸਿੱਖ ਜਿਹੜੇ ਆਏ ਹੋਏ ਨੇ, ਕਿਉਂ ਨਾ ਆਪਾਂ ਇੱਧਰ ਨੂੰ ਚਲੇ ਚੱਲੀਏ। ਪਰ ਗੰਗੂ ਦੇ ਮਨ ਦੇ ਵਿੱਚ ਲਾਲਚ ਸੀ, ਕਿਉਂਕਿ ਉਹਨੇ ਹੱਥ ਵਿੱਚ ਮਾਤਾ ਦੇ ਮੋਹਰਾਂ ਵੇਖੀਆਂ ਸਨ ਤੇ ਮਨ ਦੀ ਮਨੋਦਸ਼ਾ ਇਹ ਸੀ ਵੀ ਕਿਸੇ ਤਰੀਕੇ ਨਾਲ ਇਹ ਮੋਹਰਾਂ ਮੇਰੇ ਕੋਲ ਆ ਜਾਣ। ਪੈਸੇ ਬਦਲੇ ਦੁਨੀਆ ਮਰਦੀ ਆਈ ਹੈ। ਭਰਾ ਭਰਾ ਦੇ ਨਾਲ ਪੈਸੇ ਪਿੱਛੇ ਲੜਦਾ ਹੈ, ਪਰ ਪੈਸਾ ਅੱਜ ਤੱਕ ਕਿਸੇ ਦਾ ਸਕਾ ਨਹੀਂ ਹੋਇਆ। ਅੱਜ ਤੁਹਾਡੇ ਕੋਲ ਪੈਸਾ ਹੈ, ਕੱਲ ਨੂੰ ਨਹੀਂ। ਬਾਣੀ ਕਹਿੰਦੀ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ। ਉਦੋਂ ਹੰਕਾਰ ਹੋ ਜਾਂਦਾ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਲਾਲਚੀ ਬੰਦੇ ਨੂੰ ਦੁਨੀਆ ਤੇ ਕੋਈ ਯਾਦ ਨਹੀਂ ਕਰਦਾ। ਇਹ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਅੱਜ ਗੰਗੂ ਦੇ ਪਿੰਡ ਦਾ ਨਾਂ ਸੀ ਖੇੜੀ। ਗੌਰ ਨਾਲ ਸੁਣਿਓ, ਗੰਗੂ ਦੇ ਪਿੰਡ ਦਾ ਨਾਂ ਸੀ ਖੇੜੀ। ਪਰ ਜਿਸ ਦਿਨ ਸਾਹਿਬਜ਼ਾਦਿਆਂ ਨੂੰ ਗੰਗੂ ਪਾਪੀ ਨੇ ਫੜਾਇਆ, ਉਸ ਦਿਨ ਤੋਂ ਬਾਅਦ ਉਸ ਪਿੰਡ ਦਾ ਨਾਂ ਖੇੜੀ ਨਹੀਂ ਰਿਹਾ, ਉਸ ਪਿੰਡ ਦਾ ਨਾਂ ਸਹੇੜੀ ਬਣ ਗਿਆ। ਜਿਹੜਾ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਤੱਕ ਦੁੱਖਾਂ ਨੂੰ ਸਹੇੜ ਰਿਹਾ। ਤੇ ਉੱਥੋਂ ਦੇ ਬਜ਼ੁਰਗ ਤਾਂ ਅੱਜ ਵੀ ਦੱਸਦੇ ਨੇ, ਗੰਗੂ ਪਾਪੀ ਨੇ ਸਾਡੇ ਮੱਥੇ ਤੇ ਬੜਾ ਵੱਡਾ ਕਲੰਕ ਲਾਇਆ। ਉਸ ਦਿਨ ਤੋਂ ਬਾਅਦ ਉਸ ਪਿੰਡ ਦਾ ਨਾਂ ਖੇੜੀ ਨਹੀਂ ਰਿਹਾ। ਸਿੱਖ ਉਸ ਪਿੰਡ ਨੂੰ ਸਹੇੜੀ ਕਰਕੇ ਯਾਦ ਕਰਦੇ ਸਨ।
ਗੰਗੂ ਦੇ ਨਾਲ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਤੁਰੇ। ਅੱਜ ਦੀ ਰਾਤ ਉਸ ਗੰਗੂ ਪਾਪੀ ਦੇ ਘਰ ਦੇ ਵਿੱਚ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਰਾਤ ਨੂੰ ਠਹਿਰਦੇ ਨੇ। ਬੜੀ ਟਹਿਲ ਕਰਦਾ ਹੈ ਸਾਹਿਬਜ਼ਾਦਿਆਂ ਦੀ, ਆਓ ਭਗਤ ਕੀਤੀ ਜਾਂਦੀ ਹੈ। ਪਰ ਜਦੋਂ ਅੱਜ ਦੀ ਅੱਧੀ ਰਾਤ ਨੂੰ ਗੰਗੂ ਪਾਪੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮਾਤਾ ਤੇ ਉਹਨਾਂ ਦੇ ਪੋਤਰੇ ਦੋਵੇਂ ਸੌਂ ਗਏ ਨੇ, ਮਨ ਦੇ ਵਿੱਚ ਲਾਲਚ ਆਇਆ, ਕਿਉਂ ਨਾ ਮੈਂ ਇਹ ਜਿਹੜੀਆਂ ਮੋਹਰਾਂ ਇਹਨਾਂ ਨੂੰ ਚੁੱਕ ਲਵਾਂ, ਕਿਉਂ ਨਾ ਮੈਂ ਇਹਨਾਂ ਮੋਹਰਾਂ ਤੇ ਕਬਜ਼ਾ ਕਰ ਲਵਾਂ, ਮੈਂ ਇਹਨਾਂ ਮੋਹਰਾਂ ਨੂੰ ਚੁੱਕ ਕੇ ਆਪਣੇ ਘਰ ਪਰਿਵਾਰ ਨੂੰ ਵਧੀਆ ਚਲਾ ਸਕਾਂਗਾ। ਮਾਤਾ ਜੀ ਨੂੰ ਗੰਗੂ ਦੀ ਇਸ ਨੀਅਤ ਦਾ ਪਤਾ ਲੱਗ ਗਿਆ। ਜਦੋਂ ਰਾਤ ਨੂੰ ਅੱਧੀ ਰਾਤ ਨੂੰ ਗੰਗੂ ਕਮਰੇ ਦੇ ਵਿੱਚ ਦਾਖਲ ਹੋਇਆ ਤੇ ਮੋਹਰਾਂ ਚੁੱਕ ਕੇ ਲਿਜਾਉਣ ਲੱਗਾ ਤੇ ਮਾਤਾ ਜੀ ਨੇ ਪੁੱਛਿਆ, ਗੰਗੂ ਉਦਾਂ ਹੀ ਮੰਗਦਾ, ਮੈਂ ਤੈਨੂੰ ਸਾਰੀਆਂ ਦੇ ਦੇਣੀਆਂ ਸੀ, ਚੋਰੀ ਕਰਨ ਦੀ ਕੀ ਲੋੜ ਪਈ। ਮੋਹਰਾਂ ਕਮਰੇ ਦੇ ਵਿੱਚ ਰੱਖ ਕੇ ਗੰਗੂ ਬੜਾ ਸ਼ਰਮਿੰਦਾ ਹੋਇਆ, ਪਰ ਮਨ ਵਿੱਚ ਈਰਖਾ ਦੇ ਨਾਲ ਸੜਿਆ ਪਿਆ ਸੀ, ਬਲਿਆ ਪਿਆ ਸੀ ਅੰਦਰੋਂ। ਸੋਚਿਆ ਹੁਣ ਮੈਂ ਮਾਤਾ ਹੁਣਾਂ ਨੂੰ ਲਾਹੌਰ ਦੇ ਸੂਬੇ ਦੇ ਕੋਲ, ਸਰਹੰਦ ਦੇ ਸੂਬੇ ਦੇ ਕੋਲ ਜਿਹੜੀਆਂ ਵੀ ਫੌਜਾਂ ਮੇਰੇ ਸਾਹਮਣੇ ਆਉਣਗੀਆਂ ਮੈਂ ਉਹਨਾਂ ਨੂੰ ਦੱਸ ਦੇਵਾਂਗਾ ਕਿ ਮਾਤਾ ਤੇ ਸਾਹਿਬਜ਼ਾਦੇ ਮੇਰੇ ਘਰ ਵਿੱਚ ਨੇ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਵਕਤ ਆਇਆ ਨਾ, ਇਸ ਗੱਲ ਦਾ ਢਿੰਡੋਰਾ ਸਰਕਾਰ ਨੇ ਸਾਰੇ ਬੰਨੇ ਫਿਰਵਾ ਦਿੱਤਾ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਫੜੇ ਗਏ ਨੇ। ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਕਲਗੀਆਂ ਵਾਲੇ ਪਾਤਸ਼ਾਹ ਨਹੀਂ, ਇਹ ਭਾਈ ਸੰਗਤ ਸਿੰਘ ਜੀ ਸਨ ਤੇ ਨਿਰਾਸ਼ਾ ਦੇ ਆਲਮ ਦੇ ਵਿੱਚ ਫਿਰ ਰਹੇ ਸਨ। ਸਾਰੇ ਬੰਨੇ ਉਹਨਾਂ ਦੀਆਂ ਫੌਜਾਂ ਬਾਹੋਦਾਹੀ ਭੱਜ ਰਹੀਆਂ ਸਨ। ਸਾਡੀ ਬੜੀ ਵੱਡੀ ਨਮੋਸ਼ੀ ਹੋਈ ਹੈ। ਗੰਗੂ ਨੂੰ ਲੱਗਾ ਕਿਉਂ ਨਾ ਵੱਡਾ ਇਨਾਮ ਹੁਣ ਪ੍ਰਾਪਤ ਕੀਤਾ ਜਾਵੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਇਹਨਾਂ ਦੇ ਕਾਬੂ ਵਿੱਚ ਨਹੀਂ ਆਏ, ਕਿਉਂ ਨਾ ਉਹਨਾਂ ਦੇ ਬੱਚਿਆਂ ਨੂੰ ਫੜਾ ਕੇ ਤੇ ਵੱਡਾ ਇਨਾਮ ਪ੍ਰਾਪਤ ਕੀਤਾ ਜਾਵੇ। ਮਨ ਦੇ ਵਿੱਚ ਲਾਲਚ ਆ ਗਿਆ। ਮਨ ਦੇ ਲਾਲਚ ਨੇ ਅੱਜ ਦੀ ਰਾਤ ਗੰਗੂ ਪਾਪੀ ਨੂੰ ਰੋਪੜ ਦੇ ਨਵਾਬ ਦੇ ਕੋਲ ਜਾਣ ਵਾਸਤੇ ਜਿਹੜਾ ਹੈ ਉਹ ਮਜਬੂਰ ਕਰ ਦਿੱਤਾ। ਅੱਜ ਦੀ ਰਾਤ ਸਾਹਿਬਜ਼ਾਦੇ ਪਿੰਡ ਸਹੇੜੀ ਦੇ ਵਿੱਚ, ਜਿਹਦਾ ਪਹਿਲਾ ਨਾਮ ਇਤਿਹਾਸ ਵਿੱਚ ਖੇੜੀ ਸੀ, ਪਰ ਉਸ ਤੋਂ ਬਾਅਦ ਉਸ ਪਿੰਡ ਨੂੰ ਸਿੱਖ ਸਹੇੜੀ ਕਹਿ ਕੇ ਯਾਦ ਕਰਦੇ ਨੇ, ਪੁਕਾਰਦੇ ਨੇ, ਕਿਉਂਕਿ ਸਹੇੜੀ ਦਾ ਮਤਲਬ ਹੈ ਜਿਹੜੀ ਦੁੱਖਾਂ ਨੂੰ ਸਹੇੜਨਾ ਗਿੱਜੀ ਹੋਵੇ। ਅੱਜ ਦੀ ਰਾਤ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਗੰਗੂ ਪਾਪੀ ਦੇ ਘਰ ਵਿੱਚ ਠਹਿਰਦੇ ਨੇ ਤੇ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲ ਦੇ ਵਿੱਚੋਂ ਆਪਣਾ ਜਿਹੜਾ ਸਫ਼ਰ ਹੈ ਉਹ ਅੱਗੇ ਵੱਲ ਨੂੰ ਤੈਅ ਕਰਦੇ ਨੇ। ਆਓ ਜਿੱਥੇ ਅਸੀਂ ਸਾਰੇ ਹੀ ਸਫ਼ਰੇ ਸ਼ਹਾਦਤ ਦੇ ਇਹਨਾਂ ਕਾਫਲਿਆਂ ਦੇ ਨਾਲ ਦਿਨ ਬ ਦਿਨ ਇਤਿਹਾਸ ਦੀ ਲੜੀ ਨੂੰ ਜੋੜਨ ਦਾ, ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ, ਉੱਥੇ ਆਪਣੇ ਮਨ ਨੂੰ ਵੀ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਨ ਦਾ ਯਤਨ ਕਰਵਾਈਏ, ਆਪਣੇ ਮਨ ਨੂੰ ਵੀ ਸਾਧਨ ਦਾ ਯਤਨ ਕਰੀਏ ਤੇ ਅਸੀਂ ਵੀ ਆਪਣੇ ਵਿੱਚੋਂ, ਆਪਣੇ ਧੀਆਂ ਪੁੱਤਰਾਂ ਦੇ ਵਿੱਚੋਂ ਸਾਹਿਬਜ਼ਾਦਿਆਂ ਦੇ ਉਸ ਰੂਪ ਨੂੰ ਵੇਖਣ ਦਾ ਯਤਨ ਕਰੀਏ। ਇਹਨਾਂ ਠੰਡੀਆਂ ਰਾਤਾਂ ਨੂੰ ਜਿੱਥੇ ਅਸੀਂ ਸਾਰੇ ਹੀ ਆਪਣੇ ਪਿੰਡੇ ਤੇ ਹੰਢਾ ਰਹੇ ਹਾਂ, ਉੱਥੇ ਆਪਣੇ ਬੱਚਿਆਂ ਦੇ ਵਿੱਚੋਂ ਸਾਹਿਬਜ਼ਾਦਿਆਂ ਦੇ ਰੂਪ ਨੂੰ ਵੇਖਣ ਦਾ ਯਤਨ ਕਰੀਏ, ਕਿਉਂਕਿ ਜੀਵਤ ਕਈ ਹਜ਼ਾਰ ਦੇ ਵਿੱਚ ਅਸੀਂ ਸਾਰੇ ਆਉਂਦੇ ਹਾਂ। ਮੈਂ ਬੇਨਤੀ ਵਾਰ-ਵਾਰ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਚੀਜ਼ ਸਾਡੇ ਮਨ ਨੂੰ ਅਸਰ ਕਰ ਸਕੇ, ਸਾਡੇ ਮਨ ਤੇ ਇਸ ਚੀਜ਼ ਦਾ ਅਸਰ ਪੈ ਸਕੇ। ਅਸੀਂ ਵੀ ਆਪਣੇ ਬੱਚਿਆਂ ਦੇ ਵਿੱਚੋਂ ਸਾਹਿਬਜ਼ਾਦਿਆਂ ਦੇ ਉਸ ਰੂਪ ਨੂੰ ਵੇਖਣ ਦਾ ਯਤਨ ਕਰੀਏ। ਮਾੜੀਆਂ ਮੋਟੀਆਂ ਜੀਵਨ ਦੇ ਵਿੱਚ ਊਣਤਾਈਆਂ ਨੇ ਬਾਹਰ ਕੱਢੀਏ, ਖੰਡੇ ਬਾਟੇ ਦੀ ਪੌਲ ਲਈਏ ਤੇ ਗੁਰੂ ਵਾਲੇ ਬਣੀਏ। ਗੁਰੂ ਵਾਲੇ ਬਣਨਾ ਸਾਡੇ ਸਾਰਿਆਂ ਵਾਸਤੇ ਬੜਾ ਜ਼ਰੂਰੀ ਹੈ। ਗੁਰੂ ਵਾਲੇ ਬਣ ਕੇ ਗੁਰੂ ਨੂੰ ਵਿਖਾਈਏ ਵੀ ਜਿਨ੍ਹਾਂ ਦੀ ਖਾਤਰ ਤੁਸੀਂ ਰਾਤ ਨੂੰ ਇੰਨੀਆਂ ਘਾਲਣਾਵਾਂ ਘਾਲੀਆਂ, ਠੰਡੀਆਂ ਰਾਤਾਂ ਨੂੰ ਆਪਣੇ ਪਿੰਡੇ ਤੇ ਹੰਢਾਇਆ, ਆਪਣੇ ਪਰਿਵਾਰ ਨੂੰ ਖੀਰੂ ਖੇਰੂ ਕਰਵਾਇਆ, ਆਪਣੇ ਦੋ ਪੁੱਤਰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਵਾ ਦਿੱਤੇ। ਅਸੀਂ ਵੀ ਤੁਹਾਨੂੰ ਤੁਹਾਡੇ ਕੀਤੇ ਹੋਏ ਇਸ ਦਾਨ ਦਾ ਮੁੱਲ ਮੋੜਨਾ ਚਾਹੁੰਦੇ ਹਾਂ। ਦੁਨੀਆ ਤੇ ਲੋਕਾਂ ਨੇ ਬੜੇ ਦਾਨ ਕੀਤੇ ਹੋਣਗੇ, ਪਰ ਜਿਹੜਾ ਦਾਨ ਪੁੱਤਰਾਂ ਦਾ ਕਲਗੀਧਰ ਪਾਤਸ਼ਾਹ ਜੀ ਨੇ ਕੀਤਾ, ਇਸ ਦਾਨ ਨਾਲ ਦਾ ਦਾਨ ਅੱਜ ਤੱਕ ਦੁਨੀਆ ਦੇ ਕਿਸੇ ਬੰਦੇ ਦੇ ਹਿੱਸੇ ਨਹੀਂ ਆਇਆ, ਨਹੀਂ ਕੀਤਾ ਕਿਸੇ ਨੇ ਇਹੋ ਜਿਹਾ ਦਾਨ। ਇਹ ਕੇਵਲ ਸੇਵਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਿੱਸੇ ਹੀ ਆਈ ਹੈ। ਕਵੀ ਨੇ ਬੜੀਆਂ ਪਿਆਰੀਆਂ ਪੰਕਤੀਆਂ ਲਿਖੀਆਂ ਨੇ, ਕਹਿੰਦਾ ਬੜੇ ਹੀ ਗਰੀਬ ਮਾਪੇ ਦੁਨੀਆ ਤੇ ਪਏ ਨੇ, ਕਫਣੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ। ਕਹਿੰਦਾ ਦੁਨੀਆ ਤੇ ਗਰੀਬ ਤੋਂ ਗਰੀਬ ਮਾਪੇ ਵੀ ਆਏ
ਪਰ ਕਫਨ ਤੋਂ ਬਗੈਰ ਕਿਸੇ ਦੇ ਪੁੱਤ ਨਹੀਂ ਗਏ। ਸਿਰਫ ਕਲਗੀਧਰ ਪਾਤਸ਼ਾਹ ਜੀ ਦੇ ਸੁਪੁੱਤਰ ਉਹਨਾਂ ਦੇ ਸਾਹਿਬਜ਼ਾਦੇ ਹੀ ਕਫਨੋਂ ਬਗੈਰ ਗਏ। ਭਾਈ ਦਇਆ ਸਿੰਘ ਕਹਿੰਦਾ ਸੀ ਮਹਾਰਾਜ ਕਫਨ ਦਾ ਪਾ ਦਈਏ। ਪਾਤਸ਼ਾਹ ਨੇ ਆਖਿਆ ਜੇ ਅੱਜ ਇਹਨਾਂ ਤੇ ਸਰੀਰਾਂ ਦੇ ਕੱਪੜ ਪਾ ਦਿੱਤੇ ਤੇ ਦੁਨੀਆ ਦੇ ਲੋਕਾਂ ਨੇ ਕਹਿਣਾ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੇ ਵਿੱਚ ਤੇ ਪੁੱਤਾਂ ਦੇ ਵਿੱਚ ਫਰਕ ਜਾਣਿਆ। ਉਹਨਾਂ ਦੇ ਵਾਸਤੇ ਉਹੋ ਜਿਹੇ ਉਹਨਾਂ ਦੇ ਸਿੰਘ ਸਨ ਤੇ ਉਹੋ ਜਿਹੇ ਉਹਨਾਂ ਦੇ ਸੁਪੁੱਤਰ ਸਨ। ਆਓ ਉਹਨਾਂ ਦੇ ਸੁਪੁੱਤਰ ਬਣ ਕੇ ਅਸੀਂ ਸਾਰੇ ਹੀ ਵਿਖਾਈਏ ਉਹਨਾਂ ਨੂੰ ਵੀ ਕਲਗੀਧਰ ਪਾਤਸ਼ਾਹ ਜੀ ਅਸੀਂ ਵੀ ਤੁਹਾਡੇ ਸੁਪੁੱਤਰ ਹਾਂ, ਅਸੀਂ ਵੀ ਤੁਹਾਡੇ ਹਮਰਾਹੀ ਬਣ ਕੇ ਹਮ ਖਿਆਲੀ ਬਣ ਕੇ ਤੁਹਾਡੇ ਮੁਤਾਬਕ ਆਪਣੇ ਜੀਵਨ ਨੂੰ ਜੀਣਾ ਹੈ। ਅਸੀਂ ਵੀ ਉਹਨਾਂ ਵਰਗੇ ਬਣ ਕੇ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣ ਕੇ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਦਰਬਾਰ ਦੇ ਵਿੱਚ ਪੇਸ਼ ਹੋਈਏ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ, ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਸਾਹਿਬਜ਼ਾਦਿਆਂ ਦੇ ਇਸ ਮਹਾਨ ਇਤਿਹਾਸ ਨੂੰ ਹਰ ਰੋਜ਼ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ। ਆਪ ਸਰਬੱਤ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ। ਅੰਤ ਵਿੱਚ ਬੁਲਾਓ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।